6 लड़के गए सी, उन्होंने पैसे लैके तो उत्थे मार कुट की है, रुपया लैके हाजम करके बाद च ना फोन चकता है तो ना मिलता है, ना घरे ना बाहर। तो असीं तो रिक्वेस्ट करन आए हाँ, साडी परमात्मा अपने रब वर्गे ने तो ये साडी सुनाई की है, तो असीं बहुत खुश हाँ तो साडा घर पूरा कर देणगे। कुटमार करते थे जी, कुटते थे, गन पॉइंट से रखते थे जी बच्चे धमकी आउंदे थे, घरां फोन करांदे थे, नहीं मार पेमेंट बाहर निकल के कित्थे ले जांदे सी बच्चे नूं? इंडोनेशिया ले गए थे जी, इंडोनेशिया ले गए थे उत्थे ले के किडनैप करे जी, कुटमार करते थे बच्चों नाल बहुत। ਸਕੈਮ ਦੇ ਰਿਗਾਰਡਿੰਗ ਅੱਜ ਆਪਾਂ ਪ੍ਰੈਸ ਕਾਨਫਰੰਸ ਰੱਖੀ ਹੈ। ਇਹ 'ਚ ਅਸੀਂ ਇੱਕ ਗੈਂਗ ਜਿਹੜਾ ਹੈਗਾ ਉਹਨੂੰ ਆਇਡੈਂਟੀਫਾਈ ਕੀਤਾ ਤੇ ਉਹਦੇ ਕਾਫੀ ਮੈਂਬਰ ਜਿਹੜੇ ਅਰੈਸਟ ਕੀਤੇ ਹੈ। ਇਹ ਗੈਂਗ ਆਪਣੇ ਭੋਲੇ ਭਾਲੇ ਜਿਹੜੇ ਵਿਕਟਿਮ ਸੀਗੇ ਸਾਡੇ ਇੱਥੇ ਕਾਫੀ ਅਲੱਗ-ਅਲੱਗ ਜਗ੍ਹਾ ਤੋਂ ਹੈ, ਪੰਜਾਬ ਤੋਂ ਵੀ ਹੈ, ਯੂਪੀ ਤੋਂ ਵੀ ਹੈ ਤੇ ਖਾਸ ਤੌਰ ਤੇ ਪੰਜਾਬ ਦੇ ਆਪਣੇ ਵਿਕਟਿਮ ਜਿਹੜੇ ਸੀਗੇ ਉਹਨਾਂ ਨੂੰ ਵਰਗਲਾ ਕੇ ਬਾਹਰ ਭੇਜਣ ਦਾ ਝਾਂਸਾ ਦਿੰਦਾ ਸੀਗਾ ਤੇ ਉਹਨਾਂ ਨੂੰ ਫਿਰ ਉੱਥੇ ਕਿਡਨੈਪ ਕਰ ਲੈਂਦੇ ਸੀਗੇ ਤੇ ਐਕਸਟੋਰਸ਼ਨ ਦੇ ਤੌਰ ਤੇ ਉਹਨਾਂ ਦੇ ਘਰਦਿਆਂ ਤੋਂ ਫਿਰ ਪੈਸੇ ਮੰਗਾਉਂਦੇ ਸੀਗੇ। ਇਹਨਾਂ ਦਾ ਬੇਸਿਕਲੀ ਮੋਡਸ ਆਪਰੈਂਡੀ ਸੀ, ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਦੱਸਣਾ ਵੀ ਚਾਹੂੰਗਾ ਤੇ ਅਲਰਟ ਵੀ ਕਰਨਾ ਚਾਹੂੰਗਾ ਸਾਰਿਆਂ ਨੂੰ। ਇਹਨਾਂ ਦਾ ਮੋਡਸ ਆਪਰੈਂਡੀ ਇਹ ਸੀਗਾ, ਇਹ ਕਹਿੰਦੇ ਸੀ ਕਿ ਅਸੀਂ ਜੀ ਤੁਹਾਨੂੰ ਲੀਗਲੀ ਜਾਂ ਇਲੀਗਲੀ, ਮੋਸਟਲੀ ਇਹਨਾਂ ਨੂੰ ਇਲੀਗਲੀ ਹੀ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਉੱਥੇ ਭੇਜਾਂਗੇ। ਤਾਂ ਕਰੀਬ 30 ਤੋਂ 40 ਲੱਖ ਦੇ ਆਸ-ਪਾਸ ਡਿਮਾਂਡ ਹੁੰਦੀ ਸੀ ਇਹਨਾਂ ਦੀ, ਪਰ ਇਹਨਾਂ ਦਾ ਮੇਨ ਸੈਲਿੰਗ ਪੁਆਇੰਟ ਕੀ ਸੀ, ਇਹ ਕਹਿੰਦੇ ਸੀ ਜੀ ਕਿ ਅਸੀਂ ਤੁਹਾਡੇ ਤੋਂ ਪੈਸੇ ਐਡਵਾਂਸ ਨਹੀਂ ਲਵਾਂਗੇ ਕੋਈ ਵੀ, ਉੱਥੇ ਪਹੁੰਚਣ ਤੋਂ ਬਾਅਦ ਜਦੋਂ ਤੁਹਾਡਾ ਮੁੰਡਾ ਪਹੁੰਚ ਜੂਗਾ ਉਸ ਤੋਂ ਬਾਅਦ ਅਸੀਂ ਪੈਸੇ ਲਵਾਂਗੇ। ਤਾਂ ਇਸ ਕਰਕੇ ਕਾਫੀ ਬੰਦੇ ਇਹਨਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਸੀਗੇ। ਇਹ ਉੱਥੇ ਫਲਾਈਟ ਜਿਹੜੀ ਸੀਗੀ ਇਹ ਕਦੀ ਪਹਿਲਾਂ ਨੇਪਾਲ ਦੀ ਕਰਾਉਂਦੇ ਸੀਗੇ, ਫਿਰ ਇੰਡੋਨੇਸ਼ੀਆ ਦੀ। ਹੁਣ ਲੇਟੈਸਟ ਜਿਹੜੇ ਇਹ ਬੰਦੇ ਅਸੀਂ ਰਾਉਂਡ ਅਪ ਕੀਤੇ, ਇਹਨਾਂ ਦਾ ਪਤਾ ਲੱਗਿਆ ਕਿ ਇਹਨਾਂ ਦੀ ਇੰਡੋਨੇਸ਼ੀਆ ਦੀ ਫਲਾਈਟ ਜਿਹੜੀ ਸੀਗੀ ਕਰਾਈ ਗਈ, ਜਿਹੜੇ ਆਪਣੇ ਵਿਕਟਿਮਸ ਦੀ ਸੀਗੀ ਉਹ ਇੰਡੋਨੇਸ਼ੀਆ ਦੀ ਫਲਾਈਟ ਦੇ ਉੱਥੇ ਇੰਡੋਨੇਸ਼ੀਆ ਲੈ ਜਾਂਦੇ। ਇੰਡੋਨੇਸ਼ੀਆ ਲਿਜਾਣ ਤੋਂ ਬਾਅਦ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਦੱਸਿਆ ਜਾਂਦਾ ਸੀਗਾ ਕਿ ਤੁਹਾਡੇ ਜਿਹੜੇ ਬੱਚੇ ਹੈਗੇ ਆ ਉਹ ਮੈਕਸੀਕੋ ਦੇ ਵਿੱਚ ਪਹੁੰਚ ਗਏ। ਰੱਖ ਲਓ ਬੇਟਾ, ਮੈਕਸੀਕੋ ਦੇ ਵਿੱਚ ਪਹੁੰਚ ਗਏ ਹੈਗੇ ਆ ਜਿਹੜੇ ਤੁਹਾਡੇ ਬੱਚੇ ਹੈਗੇ, ਜਦਕਿ ਉਹ ਹੁੰਦੇ ਅਸਲ ਦੇ ਵਿੱਚ ਇੰਡੋਨੇਸ਼ੀਆ ਸੀਗਾ। ਇੰਡੋਨੇਸ਼ੀਆ ਦੇ ਵਿੱਚ ਫਿਰ ਉਹ ਕਾਫੀ ਬੰਦੇ ਜਿਹੜੇ ਸੀਗੇ ਇਕੱਠੇ ਕੀਤੇ ਜਾਂਦੇ ਸੀਗੇ। ਇਕੱਠੇ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਉਹ ਟੌਰਚਰ ਵੀ ਕੀਤਾ ਜਾਂਦਾ ਸੀਗਾ, ਉਹਨਾਂ ਨੂੰ ਫਿਜ਼ੀਕਲੀ ਵੀ ਪ੍ਰਤਾੜਿਤ ਕੀਤਾ ਜਾਂਦਾ ਸੀਗਾ ਉਹਦੇ ਵਿੱਚ। ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰਦਿਆਂ ਨੂੰ ਫੋਨ ਕਰਾਇਆ ਜਾਂਦਾ ਸੀਗਾ ਕਿ ਇਹ ਜਿਹੜੇ ਬੰਦੇ ਹੈਗੇ ਆ ਇਹ ਉੱਥੇ ਤੁਹਾਡੇ ਕੋਲੇ ਮੈਕਸੀਕੋ ਪਹੁੰਚ ਗਿਆ, ਤੁਹਾਡਾ ਕੰਮ ਹੋ ਗਿਆ ਤੇ ਪੈਸੇ ਪਾਉਣੇ ਸ਼ੁਰੂ ਕਰੋ। ਫਿਰ ਉੱਥੇ ਉਹ ਬੰਦੇ ਘਰਦਿਆਂ ਨੂੰ ਫੋਨ ਕਰਦੇ ਸੀਗੇ ਤੇ ਜਿਹੜੇ ਪੈਸੇ ਸੀਗੇ ਉਹ ਪਵਾਉਂਦੇ ਸੀਗੇ। ਉਹ ਪਵਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਵਾਪਸ ਜਿਹੜਾ ਸੀਗਾ ਇੰਡੀਆ ਦੀ ਫਲਾਈਟ ਚੜ੍ਹਾ ਦਿੱਤੀ ਜਾਂਦੀ ਸੀ। ਉਸ ਤੋਂ ਬਾਅਦ ਇਹ ਕੰਪਲੇਂਟਸ ਵਗੈਰਾ ਵੀ ਕਰਦੇ ਸੀ, ਜਿਹਦੇ ਰਿਗਾਰਡਿੰਗ ਸਾਡੇ ਕੋਲ FIR ਵੀ ਦਰਜ ਸੀ। ਇਨਫੈਕਟ ਜਦੋਂ ਸਾਡੇ ਕੋਲ ਸਾਡੇ ਧਿਆਨ 'ਚ ਮੈਟਰ ਆਇਆ ਇਹ, ਤਾਂ ਜਦੋਂ ਇਹ ਟੌਰਚਰ ਕੀਤਾ ਜਾ ਰਿਹਾ ਸੀਗਾ, ਇਹਨਾਂ ਨੂੰ ਉੱਥੇ ਕਿਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਬੰਦੇ ਨੂੰ, ਤਾਂ ਉੱਥੋਂ ਕੋਈ ਬੰਦਾ ਆਪਦੇ ਘਰਦਿਆਂ ਨਾਲ ਕੰਟੈਕਟ ਕਰ ਪਾਇਆ। ਉਹਨੇ ਦੱਸਿਆ ਕਿ ਅਸੀਂ 8-10 ਬੰਦੇ ਹੈਗੇ ਆ ਜਿਹੜੇ ਕਿ ਇੱਥੇ ਤੰਗ ਪਰੇਸ਼ਾਨ ਕੀਤੇ ਜਾ ਰਹੇ ਆ, ਸਾਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਰੱਖਿਆ ਹੋਇਆ ਹੈ। ਜੋ ਸਾਡੇ ਧਿਆਨ 'ਚ ਆਇਆ ਇਮੀਡੀਏਟਲੀ ਅਸੀਂ FIR ਇੱਥੇ ਰਜਿਸਟਰ ਕੀਤੀ। ਇਹ FIR ਨੰਬਰ ਕਰੀਬ 15 ਕੁ ਦਿਨ ਹੋ ਗਏ ਇਹਨੂੰ ਰਜਿਸਟਰ ਕੀਤੇ ਨੂੰ। ਬਲੌਂਗੀ ਵਾਲੀ FIR, ਹਾਂਜੀ 3/23 6 ਜਨਵਰੀ ਨੂੰ ਰਜਿਸਟਰ ਹੋਈ ਸੀ ਥਾਣਾ ਬਲੌਂਗੀ ਦੇ ਵਿੱਚ। ਤੇ ਉਹਦੇ ਪਰਸਿਊ ਦੇ ਵਿੱਚ ਸਾਡੀ ਟੀਮਸ ਲੱਗੀਆਂ ਹੋਈਆਂ ਸੀਗੀਆਂ ਤੇ ਉਹਦੇ ਵਿੱਚ ਇਹਨਾਂ ਦੇ 2 ਮੋਡਿਊਲਸ ਕੰਮ ਕਰਦੇ ਹੈ। ਇੱਕ ਲੋਕਲ ਮੋਡਿਊਲ ਜਿਹੜਾ ਕਿ ਇੱਥੋਂ ਬੰਦਿਆਂ ਨੂੰ ਵਰਗਲਾ ਕੇ ਏਜੰਟਾਂ ਦੇ ਥਰੂ ਜਾਂ ਅਦਰਵਾਈਜ਼ ਉਹਨਾਂ ਨੂੰ ਬੰਦਿਆਂ ਨੂੰ ਇਕੱਠੇ ਕਰਦਾ ਸੀਗਾ। ਉਸ ਤੋਂ ਬਾਅਦ ਨੈਕਸਟ ਮੋਡਿਊਲ ਜਿਹੜਾ ਇਹਨਾਂ ਦਾ ਇੰਡੋਨੇਸ਼ੀਆ ਜਾਂ ਬਾਹਰਲੇ ਕੰਟਰੀਜ਼ ਦੇ ਵਿੱਚ ਬੈਠਾ ਹੈ, ਜਿਹੜਾ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਤੇ ਉਸ ਤੋਂ ਬਾਅਦ ਐਕਸਟੋਰਸ਼ਨ ਦੇ ਤੌਰ ਤੇ ਜਾਂ ਵਰਗਲਾ ਕੇ ਔਰ ਘਰਦਿਆਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਪੈਸੇ ਜਿਹੜੇ ਸੀ ਇਕੱਠੇ ਕਰਦੇ ਸੀ। ਤਾਂ ਇਹ ਇਹਨਾਂ ਦਾ ਮੋਡਸ ਆਪਰੈਂਡੀ ਸੀਗਾ। ਇਹਦੇ ਵਿੱਚ ਅਸੀਂ ਹੁਣੇ ਜਦੋਂ ਅਸੀਂ ਬੰਦੇ ਅਰੈਸਟ ਕੀਤੇ, ਅਰੈਸਟ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਜਿਹੜੇ ਬਾਹਰ ਬੰਦੇ ਬੈਠੇ ਆ ਇਹਨਾਂ 'ਚੋਂ ਜਿਹੜੇ ਹਜੇ ਨਹੀਂ ਅਰੈਸਟ ਹੋਏ ਹੈ ਉਹਨਾਂ ਦੇ ਨਾਲ ਦੀ ਨਾਲ ਪ੍ਰੈਸ਼ਰ ਵੀ ਮੰਨਿਆ ਥੋੜ੍ਹਾ ਜਿਹਾ, ਅਤੇ 25 ਬੰਦੇ ਇਮੀਡੀਏਟਲੀ ਫਲਾਈਟ 'ਤੇ ਚੜ੍ਹਾ ਕੇ ਚੇਨਈ ਵਿੱਚ ਭੇਜਦੇ ਹੈ। ਉਹ 25 ਬੰਦੇ ਅਸੀਂ ਇਮੀਡੀਏਟਲੀ ਰੈਸਕਿਊ ਕਰਾਏ ਨੇ। ਉਦੋਂ ਪਹਿਲਾਂ ਵੀ ਜਦੋਂ ਇਮੀਡੀਏਟਲੀ ਫੜੇ ਸੀਗੇ ਤਾਂ ਕਰੀਬ 6 ਬੰਦੇ ਸੀ, 8 ਬੰਦੇ ਉਦੋਂ ਜਿਹੜੀ 6 ਜਨਵਰੀ ਨੂੰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਤਾਂ 8 ਬੰਦੇ ਅਸੀਂ ਉਦੋਂ ਰੈਸਕਿਊ ਕਰਾਏ ਸੀਗੇ। ਤਾਂ 33 ਬੰਦੇ ਅਸੀਂ ਆਲਰੇਡੀ ਇੱਥੋਂ ਰੈਸਕਿਊ ਕਰਾ ਚੁੱਕੇ ਹਾਂ। ਅਤੇ ਸਾਡਾ ਮੇਨ ਮਕਸਦ ਇਸ ਪ੍ਰੈਸ ਕਾਨਫਰੰਸ ਦਾ ਇਹ ਸੀਗਾ ਕਿ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰਨਾ ਕਿ ਇਸ ਲਾਲਚ ਦੇ ਵਿੱਚ ਤੁਸੀਂ ਨਾ ਆਓ। ਬਾਹਰ ਭੇਜਣ ਦਾ ਪ੍ਰੋਪਰ ਜਿਹੜਾ ਚੈਨਲ ਹੈਗਾ, ਪ੍ਰੋਪਰ ਜਿਹੜੇ ਰਜਿਸਟਰਡ ਜਿਹੜੇ ਏਜੰਟਸ ਵਗੈਰਾ ਉਹਨਾਂ ਦੇ ਥਰੂ ਹੀ ਆਪਣਾ ਕਰੋ। ਇਹ ਜਿਹੜਾ ਹੈਗਾ ਟੋਟਲ ਫਰੋਡ ਸਕੀਮ ਹੈਗੀ ਹੈ, ਇਹ 'ਚ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਹੈ, ਪਲੱਸ ਜਿਹੜੀ ਹੈਗੀ ਹੈ ਤੁਹਾਡੇ ਨਾਲ ਠੱਗੀ ਵੀ ਵੱਜਦੀ ਹੈ ਇਸ ਚੀਜ਼ ਦੇ ਵਿੱਚ। ਜਿਹੜਾ ਹੈਗਾ ਬਹੁਤ ਜ਼ਿਆਦਾ ਹੋ ਸਕਦਾ ਇਹਦੇ ਵਿੱਚ। ਤਾਂ ਜੇ ਹੋਰ ਵੀ ਕੋਈ ਵਿਕਟਿਮਸ ਜਾਂ ਹੋਰ ਵੀ ਕੋਈ ਚੀਜ਼ ਹੈ ਜਿਹੜੇ ਕੋਈ ਇਸ ਦੇ ਵਿੱਚ ਫਸੇ ਹੋਏ ਨੇ ਜਾਂ ਜਿਨ੍ਹਾਂ ਨਾਲ ਫਰੋਡ ਹੋ ਚੁੱਕਿਆ ਹੈ ਜਾਂ ਲੱਗਦਾ ਹੈ ਕਿ ਫਰੋਡ ਹੋ ਰਿਹਾ ਹੈ, ਤਾਂ ਅਸੀਂ ਇੱਕ ਸਪੈਸ਼ਲ 2 ਹੈਲਪਲਾਈਨ ਨੰਬਰਸ ਇਹਦੇ ਵਿੱਚ ਰੱਖੇ ਹੋਏ ਆ ਜਿਹੜੇ ਸਾਡੇ ਸਟਾਫ ਦੇ ਨੇ।
ਤਾਂ ਸਪੈਸੀਫਿਕਲੀ ਓਨਲੀ ਫॉर ਦਿਸ ਕੇਸ ਇਹ ਦੋ ਹੈਲਪਲਾਈਨ ਨੰਬਰਸ ਹੈ, ਮੈਂ ਨੋਟ ਕਰਾ ਰਿਹਾ, ਸਾਰੇ ਨੋਟ ਕਰ ਲੈਣ। ਤੇ ਉਹ ਕੋਈ ਵੀ ਇਸ ਦੇ ਰਿਗਾਰਡਿੰਗ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਜਾਂ ਕੋਈ ਕੰਪਲੇਂਟ ਦੇਣੀ ਹੋਵੇ, ਤੁਸੀਂ ਇਸ ਨੰਬਰ ਦੇ ਥਰੂ ਦੇ ਸਕਦੇ ਹੋ। 99140 55677। ਮੈਂ ਰਿਪੀਟ ਕਰ ਰਿਹਾ, 99140 55677। ਸੈਕਿੰਡ ਨੰਬਰ ਹੈ 95019 91108। ਰਿਪੀਟ ਕਰ ਰਿਹਾ ਜੀ, 95019 91108। ਇਹ ਦੋ ਨੰਬਰਸ ਅਸੀਂ ਇਸੇ ਕੇਸ ਵਾਸਤੇ ਡੈਡੀਕੇਟਡਲੀ ਜਿਹੜੇ ਹੈਗੇ ਆ, ਕੋਈ ਵੀ ਕੰਪਲੇਂਟ ਜਾਂ ਇਨਫੋਰਮੇਸ਼ਨ ਹੈਗੀ ਹੈ ਤੁਸੀਂ ਸਾਨੂੰ ਦੇ ਸਕਦੇ ਹੋ ਉਹਦੇ ਵਿੱਚ। ਸਰ ਇਹਨਾਂ ਨੇ ਕੋਈ ਨਾਮ ਵਗੈਰਾ ਦਿੱਤਾ ਹੋਇਆ ਕਿ ਇਹ ਜੋ ਫਰੋਡ ਕੋਈ ਕੰਪਨੀ ਵਗੈਰਾ ਦਾ ਨਾਮ ਕੁਝ ਮੈਂਸ਼ਨ ਕੀਤਾ ਹੋਇਆ ਇਹਨਾਂ ਨੇ? ਨਹੀਂ, ਸਪੈਸੀਫਿਕਲੀ ਕੰਪਨੀ ਕੋਈ ਨਹੀਂ ਹੈ ਜੀ, ਕਿਉਂਕਿ ਇਹਦਾ ਕੋਈ ਟਰੈਵਲ ਏਜੰਟ ਜਿਵੇਂ ਆਪਾਂ ਕਹਿ ਰਹੇ ਹਾਂ ਕੋਈ ਰਜਿਸਟਰਡ ਜਾਂ ਅਨਰਜਿਸਟਰਡ ਵੀ ਇਸ ਕੇਸ ਤਾਂ ਹੈ ਨਹੀਂਗਾ ਕੋਈ। ਇਹ ਤਾਂ ਇਹ ਲੋਕਾਂ ਨੂੰ ਬੇਵਕੂਫੀ ਬਣਾ ਰਹੇ ਆ ਬੇਸਿਕਲੀ ਤੇ ਠੱਗੀ ਮਾਰ ਰਹੇ। ਜਦੋਂ ਇਹਨਾਂ ਦਾ ਮੋਡਿਊਲ ਇੱਥੇ ਬਰਸਟ ਹੋ ਗਿਆ, ਇੱਥੇ ਜਿਵੇਂ ਮੋਸਟਲੀ ਇਹ ਜਲੰਧਰ ਹੁਸ਼ਿਆਰਪੁਰ ਏਰੀਆ ਦੇ ਬੇਸ ਸੀਗੇ ਬੰਦੇ, ਇਹ ਜਿਹੜਾ ਇਹਨਾਂ ਦਾ ਮੋਡਿਊਲ ਚਲਾਉਂਦੇ ਸੀਗੇ ਉੱਥੋਂ ਗ੍ਰੈਬ ਕਰਦੇ ਸੀ ਬੰਦੇ, ਇਹ ਭੋਲੇ ਭਾਲੇ ਵਿਕਟਿਮ ਜਿਹੜੇ ਹੈਗੇ ਆਪਣੇ, ਉਹਨਾਂ ਨੂੰ ਅਸੀਂ ਫੜ ਲਿਆ। ਉਹਨਾਂ ਦੇ ਜਿਹੜੇ 5 ਬੰਦੇ ਅਰੈਸਟ ਕੀਤੇ ਉਹ ਮੇਨ ਇੱਥੋਂ ਦੇ ਮੋਡਿਊਲ ਚਲਾਉਣ ਵਾਲੇ ਬੰਦੇ ਹੈਗੇ ਆ। ਉਹ ਜਦੋਂ ਆਇਡੈਂਟੀਫਾਈ ਹੋਏ, ਠੀਕ ਹੈ, ਤਾਂ ਉਹਨਾਂ ਦੇ ਜਿਹੜੇ ਬੇਸਿਕਲੀ ਮੇਨ ਮੋਡਿਊਲ ਦੇ ਹੋਲਡਰਸ ਹੈ ਉਹ ਵੀ ਇਸੇ ਇਲਾਕੇ ਦੇ ਹੈ। ਤੁਹਾਨੂੰ ਡਿਟੇਲ ਸਾਰੀਆਂ ਪ੍ਰੈਸ ਨੋਟ ਦੇ ਵਿੱਚ ਹੈਗੇ। ਇੱਕ ਸੰਜੇ ਨਾਮ ਦਾ ਬੰਦਾ, ਇੱਕ ਸਨੀ ਨਾਮ ਦਾ ਬੰਦਾ ਹੈ, ਉਹ ਵੀ ਇਸੇ ਆਪਣੇ ਹੁਸ਼ਿਆਰਪੁਰ ਜਲੰਧਰ ਇਲਾਕੇ ਦੇ ਹੀ ਰਹਿਣ ਵਾਲੇ ਆ ਪਿੱਛੋਂ। ਤਾਂ ਉਦੋਂ ਬਾਅਦ ਉਹ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਵਾਰੀ ਆਇਡੈਂਟੀਟੀ ਵੀ ਸਾਡੀ ਕਲੀਅਰ ਹੋ ਗਈ ਹੈ, ਉਹਨਾਂ ਦੇ ਘਰਦਿਆਂ ਨੂੰ ਵੀ ਪਤਾ ਲੱਗ ਗਿਆ, ਤਾਂ ਇਮੀਡੀਏਟਲੀ ਉਹਨਾਂ ਨੇ ਬੰਦੇ ਜਿਹੜੇ ਸੀਗੇ ਉਹ ਛੱਡ ਦਿੱਤੇ। ਸਰ ਆਪਣੇ ਜ਼ਿਲ੍ਹੇ 'ਚ ਆਫਿਸ ਵਗੈਰਾ ਕਿਤੇ ਖੋਲਿਆ ਹੋਇਆ ਇਹਨਾਂ ਨੇ ਜਾਂ ਫਿਰ ਫੋਨ ਤੇ ਹੀ ਇਹਨਾਂ ਦਾ ਕੰਟੈਕਟ ਹੁੰਦਾ ਸੀ? ਆਪਣੇ ਡਿਸਟ੍ਰਿਕਟਸ ਦੇ ਵਿੱਚ ਦੇ ਵਿਕਟਿਮਸ ਵੀ ਸੀਗੇ ਕੁਝ, ਤੇ ਇੱਕ ਆਫਿਸ ਵੀ ਸੀਗਾ। ਟੱਚ ਕਿਸ ਤਰ੍ਹਾਂ, ਫੋਨ ਤੇ ਜਾਂ ਕਾਲਿੰਗ ਤੇ ਟੱਚ ਕਰਦੇ ਜਾਂ ਫਿਰ? ਇਹ ਤਾਂ ਇੱਕ ਦੋ ਜਿਹੜੇ ਦੱਸਿਆ ਦੋ ਮੋਡਿਊਲਸ ਹੈ। ਇੱਕ ਤਾਂ ਬਾਹਰ ਬੈਠਾ ਹੈ ਜਿਹੜਾ ਕਿ ਉਹਨਾਂ ਨੂੰ ਕਾਈਂਡ ਆਫ ਕਿਡਨੈਪ ਕਰਕੇ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਫਿਜ਼ੀਕਲੀ ਟੌਰਚਰ ਕਰਦਾ ਸੀਗਾ। ਜਿਹੜਾ ਦੂਸਰਾ ਜਿਹੜਾ ਮੋਡਿਊਲ ਸੀ ਇੱਥੇ ਲੋਕਲ ਮੋਡਿਊਲ ਸੀਗਾ, ਉਹ ਬੇਸਿਕਲੀ ਐਜ਼ ਏਜੰਟਸ ਕੰਮ ਕਰਦੇ ਸੀ, ਜਿਵੇਂ ਆਪਣੇ ਟਰੈਵਲ ਏਜੰਟਸ ਵਗੈਰਾ ਹੁੰਦੇ, ਇਲੀਗਲ ਟਰੈਵਲ ਏਜੰਟਸ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਉਹ ਐਜ਼ ਇਲੀਗਲ ਟਰੈਵਲ ਏਜੰਟਸ ਕੰਮ ਕਰਦੇ ਸੀਗੇ। ਤੇ ਉਹ ਬੰਦਾ ਇਹਨਾਂ ਦੇ ਚਾਂਸਿਸ ਇਸ ਕਰਕੇ ਆ ਜਾਂਦਾ ਸੀ, ਜਦੋਂ ਉਹ ਕਹਿੰਦੇ ਸੀ ਐਡਵਾਂਸ ਕੋਈ ਪੈਸਾ ਨਹੀਂ ਦੇਣਾ, ਤਾਂ ਉਹਨੂੰ ਲੱਗਦਾ ਸੀ ਯਾਰ ਬੰਦੇ ਵਧੀਆ ਇਹਨਾਂ ਦੇ ਹਿਸਾਬ ਨਾਲ ਕਰ ਲਈਏ। ਕਿੰਨੇ ਟੋਟਲ ਇਹ ਗੈਂਗ ਹੈਗਾ ਆ ਤੇ ਇਹਦੇ ਵਿੱਚ ਇਹਦਾ ਸਰਗਣਾ ਕੌਣ ਹੈ ਇਹਨਾਂ ਦਾ? ਇਹ 'ਚ ਸਾਨੂੰ ਜਿਹੜੇ ਹੁਣ ਤੱਕ ਆਇਡੈਂਟੀਫਾਈ, ਅਸੀਂ 5 ਬੰਦੇ ਇਹਦੇ ਵਿੱਚ ਆਲਰੇਡੀ ਅਰੈਸਟ ਕਰ ਚੁੱਕੇ ਆ ਤੇ ਕਰੀਬ 11 ਬੰਦੇ ਇਹਦੇ ਵਿੱਚ ਸਾਨੂੰ ਹੋਰ ਆਇਡੈਂਟੀਫਾਈ ਹੋਏ ਨੇ। ਤਾਂ ਇਹ 'ਚ ਅੱਗੇ ਵੀ ਇਹਦੇ, ਕਿਉਂਕਿ ਸਾਡੀ ਅਕਾਊਂਟ ਡਿਟੇਲਸ ਸਾਰੀ ਅਕਾਊਂਟ ਵੈਰੀਫਿਕੇਸ਼ਨਸ ਵੀ ਇਹਦੀਆਂ ਚੱਲਦੀਆਂ, ਤਾਂ ਹੋਰ ਵੀ ਇਹਦੇ 'ਚ ਕਾਫੀ ਵੱਡਾ ਮਤਲਬ ਬੰਦੇ 'ਚ ਕਾਫੀ ਵੱਡੀ ਲਿਸਟ ਇਹਦੇ ਵਿੱਚ ਇਨਵੋਲਵਮੈਂਟ ਦੀ ਆਏਗੀ। ਇਹਦਾ ਜਿਹੜਾ ਸਰਗਨਾ ਮੇਨ ਜਿਹੜਾ ਹੈਗਾ ਸੰਜੇ ਹੈ ਤੇ ਉਹਦੇ ਨਾਲ ਸਨੀ ਹੈ। ਤਾਂ ਇਹ ਸਨੀ ਜਿਹੜਾ ਹੈਗਾ ਇਸ ਟਾਈਮ ਤੇ ਬਾਹਰ ਕਿਸੇ ਕੰਟਰੀ 'ਚ ਮੋਸਟ ਲਾਈਕਲੀ ਇੰਡੋਨੇਸ਼ੀਆ ਹੀ ਬੈਠਾ ਹੈ, ਜਿਹੜਾ ਉੱਥੇ ਜਾ ਕੇ ਆਪਰੇਟ ਕਰ ਰਿਹਾ। ਸਰ ਹੁਣ ਤੱਕ ਕਿੰਨੇ ਲੋਕਾਂ ਨੂੰ ਬਣਾ ਚੁੱਕੇ ਇਸ ਤਰ੍ਹਾਂ ਝਾਂਸਾ ਦੇ ਕੇ ਭੇਜ? ਇਹ ਤਾਂ ਬਹੁਤ ਜ਼ਿਆਦਾ ਨੰਬਰ ਸਾਨੂੰ ਆਉਣ ਦੀ ਪੋਸੀਬਿਲਿਟੀ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 23 ਬੰਦੇ ਤਾਂ ਅਸੀਂ ਰੈਸਕਿਊ ਕਰਾ ਚੁੱਕੇ ਹਾਂ। 8 ਪਹਿਲਾਂ ਕਰਾਈ ਸੀ ਤੇ 25 ਜਿਹੜੇ ਹੈਗੇ ਜਿਹੜੇ ਹੁਣੇ ਚੇਨਈ ਫਲਾਈਟ ਦੇ ਵਿੱਚ ਉਤਰੇ ਨੇ, 25 ਉਹ ਬੰਦੇ ਹੈਗੇ। ਤਾਂ ਟੋਟਲ 33 ਬੰਦੇ ਜਿਹੜੇ ਹੈਗੇ ਉਹ ਤਾਂ ਆਲਰੇਡੀ ਰੈਸਕਿਊਡ ਨੇ। ਹੋਰ ਵੀ ਪਤਾ ਨਹੀਂ ਕਿੰਨੇ ਨੰਬਰਸ ਹੋਣਗੇ। ਇਹ ਤਾਂ ਹੁਣ ਡਿਟੇਲ ਜਦੋਂ ਪੁੱਛਗਿੱਛ ਹੋਏਗੀ, ਇਹਨਾਂ ਦੇ ਅਕਾਊਂਟਸ ਦੀ, ਫੋਨਸ ਦੀ ਵੈਰੀਫਿਕੇਸ਼ਨ ਹੋਏਗੀ, ਉਹ ਤੋਂ ਬਾਅਦ ਕਲੀਅਰ ਹੋਰ ਨੰਬਰਸ ਬਹੁਤ ਆ ਸਕਦੇ। ਡਾਕਟਰ ਸਾਹਿਬ, ਇਹਦੇ ਵਿੱਚ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆ ਰਹੀ ਹੈ? ਜਿੱਦਾਂ ਤੁਸੀਂ ਸੰਜੇ ਕਿਹਾ ਹੁਸ਼ਿਆਰਪੁਰ ਜਲੰਧਰ ਦੇ ਹੈਗੇ, ਲੋਕਲ ਇਨਵੋਲਵਮੈਂਟ ਕਿਸੇ ਦੀ ਸਾਹਮਣੇ ਆ ਰਹੀ ਹੈ? ਲੋਕਲ ਤਾਂ ਅਕਿਊਜ਼ਡ ਐਜ਼ ਆਫ ਨਾਓ ਹਜੇ ਤੱਕ ਕੋਈ ਸਾਨੂੰ ਲੱਗਿਆ ਨਹੀਂ ਹੈ। ਲੋਕਲ ਤਾਂ ਹਜੇ ਤੱਕ ਕੋਈ ਅਕਿਊਜ਼ਡ ਨਹੀਂ ਹੈ, ਪਰ ਅੱਗੇ ਜੋ ਵੀ ਆਏਗਾ, ਕਿਉਂਕਿ ਸਾਰੇ ਪੰਜਾਬ 'ਚ ਇਸ ਦਾ ਜਿਹੜੀ ਰਿਕਵਰੀ ਹੋਈ ਹੈ 2 ਕਰੋੜ 13 ਲੱਖ ਦੀ, ਇੱਕ ਬੰਦੇ ਤੋਂ ਹੀ ਹੋਈ ਹੈ ਜਾਂ ਫਿਰ ਜਿਹੜੇ ਇਹ ਸਾਰੇ 5 ਜਿਹੜੇ ਹੈਗੇ ਆ ਮਿਲਾ ਕੇ ਇਹਨਾਂ ਤੋਂ ਰਿਕਵਰੀਜ਼ ਜਿਹੜੀਆਂ ਹੋਈਆਂ, ਇਹ ਸਾਰੀਆਂ ਤੁਸੀਂ ਅਮਾਉਂਟ ਤੋਂ ਹੀ ਗੈਦਰ ਕਰ ਸਕਦੇ ਹੋ ਕਿ ਕਿੰਨਾ ਕੁ ਵੱਡਾ ਇਹ ਸਕੈਮ ਹੋਏਗਾ। सर एक और इम्पोर्टेंट क्वेश्चन है, इंटरनेशनल एक बड़ा स्कैम भी है बॉडी पार्ट्स का भी। कई बार इस तरह की चीज़ें निकल के सामने आती है कि बेहोश करके जिस तरह बच्चे बाहर जाते। ਜਿਹੜੀ ਤੁਸੀਂ ਐਂਗਲ ਦੀ ਗੱਲ ਕਰ ਰਹੇ ਹੋ, ਇਹ ਹਜੇ ਤੱਕ ਸਾਹਮਣੇ ਸਾਡੇ ਨਹੀਂ ਆਇਆ, ਪਰ ਜਿਵੇਂ ਕਿ ਮੈਂ ਕਿਹਾ ਹਜੇ ਤਾਂ ਅਸੀਂ ਜਿਹੜਾ ਲੋਕਲ ਪਾਰਟ ਹੈ ਇਹਦਾ ਉਹੀ ਬਰਸਟ ਕੀਤਾ ਇਹਦਾ ਮੋਡਿਊਲ ਦਾ, ਪਰ ਇਹ 'ਚ ਅੱਗੇ ਦੀ ਅੱਗੇ ਕਾਫੀ ਅੱਗੇ ਤੱਕ ਜਾਏਗਾ। ਇਹ 'ਚ ਹੋਰ ਜਿੰਨੇ ਵੀ ਅਕਿਊਜ਼ਡ ਹੈ, ਹੋਰ ਨਵੇਂ ਅਕਿਊਜ਼ਡ ਵੀ ਸਾਹਮਣੇ ਆਣਗੇ, ਉਹ ਵੀ ਸ਼ਾਮਲ ਤਫਤੀਸ਼ ਹੋਣਗੇ। ਹੋ ਸਕਦਾ ਤੁਹਾਡੇ ਵਾਲਾ ਐਂਗਲ ਵੀ ਜਿਹੜਾ ਤੁਸੀਂ ਦੱਸਿਆ ਇਹ ਵੀ ਸਾਹਮਣੇ ਆ ਜਾਏ, ਪਰ ਐਜ਼ ਆਫ ਨਾਓ ਸਾਡੀ ਤਫਤੀਸ਼ ਇਹ ਜੇ ਕੋਈ ਗੱਲਬਾਤ ਸਾਹਮਣੇ नहीं आई। सर ये जो बताया जा रहा है, जो बलौंगी वाला जो पहली एफआईआर हुई थी, उसमें द फैमिली हैड टू पे देम 30 लाख रुपीस ताकि वो लड़का वापस ना सके। सो इनके बाद में ये ऑलरेडी पे कर चुके थे उनको, फैमिली को। तो जब इनको लगा कि ये बंदे जो हैं अभी हमारे बच्चे की जान खतरे में है, वहाँ पे जब बंदा वहाँ पे बिठाया हुआ है तो कुछ भी हो सकता है वहाँ पे, ठीक है। तो जब जैसे ही हमारे पास आए तो इमीडिएटली जो है उन पे प्रेशराइज करके उनको फ़ोन किया गया, उनको जो फैमिली के थ्रू जो टाइप था उनसे किया गया कि पुलिस के पास अब बात पहुँच चुकी है, तो प्रॉब्लम उन्हें डर के मारे इनको रिलीज़ कर दिया गया इमीडिएटली। ਸਰ ਗੱਡੀਆਂ ਦੀ ਰਜਿਸਟ੍ਰੇਸ਼ਨ ਇਹਦੇ ਆਪਣੇ ਨਾਮ ਤੇ ਹੈ ਜੀ? ਉਹ ਹਜੇ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਜਿਹੜੀ ਸਾਰਾ ਵੈਰੀਫਾਈ ਕਰਾਂਗੇ। ਜੇ ਉਹ 'ਚ ਗੱਡੀਆਂ ਦੀ ਰਜਿਸਟ੍ਰੇਸ਼ਨ ਹੋ ਸਕਦਾ ਚੋਰੀ ਦੀਆਂ ਨਿਕਲਿਆ ਨੇ ਇਹ, ਜਾਂ ਹੋ ਸਕਦਾ ਕਿਸੇ ਹੋਰ ਦੇ ਨਾਮ ਤੇ ਹੋਣ, ਤਾਂ ਉਹਦੇ ਵੀ ਜਿਹੜੀ ਰਿਕੁਆਇਰਡ ਸੈਕਸ਼ਨ ਹੈਗੇ ਉਹ ਵੀ ਐਡ ਕੀਤੇ ਜਾਣਗੇ। ਸਰ ਪ੍ਰੋਪਰ ਜਲੰਧਰ ਹੁਸ਼ਿਆਰਪੁਰ ਨਾਲ ਦੇ ਆਫਿਸ ਹੈਗੇ ਜਾਂ ਫਿਰ ਜਸਟ ਇੱਕ ਫੋਨ ਕਾਲਿੰਗ ਤੇ ਹੀ ਇਹਨਾਂ ਦਾ ਚੱਲਦਾ ਹੈ ਕਾਲ ਸੈਂਟਰ? ਕੋਈ ਹੈ ਆਫਿਸ ਵਗੈਰਾ ਇਹਨਾਂ ਦੇ? ਫੋਨ ਕਾਲਿੰਗ ਹੈ ਮੇਨਲੀ ਫੋਨ ਕਾਲਿੰਗ ਹੈ ਜੀ, ਸਪੈਸੀਫਿਕ ਆਫਿਸਸ ਤਾਂ ਹੈ ਨਹੀਂ।
ਤੇ ਪੈਸੇ ਇੱਥੇ ਪੰਜਾਬ ਦੇ ਅਕਾਊਂਟ 'ਚ ਪਾਉਂਦੇ ਸੀਗੇ ਕਿ ਬਾਹਰ ਵਿੱਚ ਪਾਉਂਦੇ ਸੀਗੇ? ਸਾਰੇ ਅਕਾਊਂਟਸ ਹੈ ਜੀ, ਮਲਟੀਪਲ ਅਕਾਊਂਟਸ ਹੈਗੇ ਆ। ਉਹ ਫਾਈਨੈਂਸ਼ੀਅਲ ਅਕਾਊਂਟਸ ਦੀ ਜਿਹੜੀ ਅਸੀਂ ਉਹ ਕਿਉਂਕਿ ਹੁਣੇ ਕੱਲ ਪਰਸੋਂ ਇਹ ਅਰੈਸਟ ਕੀਤੇ ਅਸੀਂ ਬੰਦੇ ਜਿਹੜੇ ਹੈਗੇ ਪਿਛਲੇ 2-3 ਦਿਨਾਂ ਦੇ ਵਿੱਚ ਹੀ, ਤਾਂ ਉਹ ਡਿਟੇਲਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹਦੀ ਅਸੀਂ ਸਟਾਰਟ ਕੀਤੀ ਹੋਈ ਹੈ ਆਲਰੇਡੀ। ਇਨਫੈਕਟ ਜਿਹੜੀ ਤੁਸੀਂ ਗੱਲ ਕੀਤੀ ਅਕਾਊਂਟਸ ਦੇ ਵਿੱਚ ਸਾਨੂੰ ਕਾਫੀ ਖੁਲਾਸੇ ਹੋਣ ਦੀ ਉਮੀਦ ਹੈ। सर ये थ्रेट करके पैसे लेते थे या फिर जैसे आपने बताया ये बोल देते थे मैक्सिमम वहाँ पहुँच गए? दोनों ही तरीके हैं जी, जो जैसे फंस गया उस तरीके से, या तो पर उनको बंदा कितना सर इनका? 30 to 40 lakhs 30 to 40 lakhs पर पर्सन। तो ये मतलब दोनों जैसे जो बंदा ये है कि उसको वहाँ पे तो डरा लिया बंदे को, जो बंदा इस तरीके से घर वालों को बेवकूफ़ बनाने वाले स्ट्रेटजी में आ गया कि जी मैक्सिको पहुँच गए हैं बंदे, आप पैसे भिजवा दीजिए, तो वो इंस्टॉलमेंट्स में पैसे डलवा देते थे। या फिर जिसको पता लग जाता था कि बेटा हमारा फंस गया, फिर उसको एक्सटॉर्शन से सर ये चेन्नई कब पहुंच रहे हैं, पहुंच गए हैं अभी? ये किस डेट ऑलरेडी किस डेट को आए सर 7-8 दिन हो ये हफ्ता हो गया अराउंड इनको आए सर हुए। किसी को टॉर्चर करके ये तो नहीं कोई कैजुअलिटी हुई हो ऐसा कुछ अभी तक? नहीं कैजुअलिटी अभी तक तो कोई सामने आई नहीं।